ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ। ਨਾਨਕ ਹੋਸੀ ਭੀ ਸਚ। हे ਪ੍ਰਾਣਨਾਥ ਗੋਬਿੰਦ ਕਿਰਪਾ ਨਿਧਾਨ ਜਗਤ ਗੁਰੂ। हे ਸੰਸਾਰ ਤਾਪ ਹਰੁਣ ਕਰੁਣਾ ਮੈਂ ਸਭ ਦੁਖ ਹਰੋ। हे ਸਰਣ ਜੋਗ ਦਿਆਲੈ ਦੀਨਾਨਾਥ ਮਇਆ ਕਰੋ। ਸਰੀਰ ਸਵਸਤ ਖੀਨ ਸਮੇ ਸਿਮਰੰਤ ਨਾਨਕ ਰਾਮ ਦਮੋਦਰ ਮਾਧਵੈ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਪੰਜਵਾਂ। ਘਰ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਤਿ ਊਚਾ ਤਾਂ ਕਾ ਦਰਬਾਰਾ ਅੰਤ ਨਾਹੀ ਕਿਛ ਪਾਰਾਵਾਰਾ। ਕੋਟ 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 ਲਖ ਧਾਵੈ ਇਕ ਤਿਲ ਤਾਂ ਕਾ ਮੈਲ ਨ ਪਾਵੈ। ਸੁਹਾਵੀ ਕੌਣ ਸੋ ਵੇਲਾ ਜਿਤ ਪ੍ਰਭ ਮੇਲਾ। ਰਹਾਉ ਲਾਗ ਭਗਤ ਜਾਂ ਕੋ ਆਰਾਧੈ। ਲਾਗ ਤਪੀਸਰ ਤਪ ਹੀ ਸਾਧੈ। ਲਾਗ ਜੋਗੀਸਰ ਕਰਤੇ ਜੋਗਾ। ਲਾਖ ਭੋਗੀਸਰ ਭੋਗੈ ਭੋਗਾ। ਘਟ ਘਟ ਵਸੈ ਜਾਣੈ ਥੋਰਾ ਹੈ ਕੋਈ ਸਾਜਨ ਪਰਦਾ ਤੋਰਾ। ਕਰੋ ਜਤਨ ਜੇ ਹੋਏ ਮਿਰਵਾਨਾ ਤਾਂ ਕੋ ਦੇਈ ਜਿਉ ਕੁਰਬਾਨਾ। ਫਿਰਤ ਫਿਰਤ ਸੰਤਨ ਪੈ ਆਇਆ ਦੁਖ ਭ੍ਰਮ ਹਮਾਰਾ ਸਗਲ ਮਿਟਾਇਆ। ਮਹਿਲ ਬੁਲਾਇਆ ਪ੍ਰਭ ਅੰਮ੍ਰਿਤ ਪੂੰਚਾ। ਕਹੋ ਨਾਨਕ ਪ੍ਰਭ ਮੇਰਾ ਊਚਾ। ਮਹਿਲ ਬੁਲਾਇਆ ਪ੍ਰਭ ਅੰਮ੍ਰਿਤ ਪੂੰਚਾ। ਕਹੋ ਨਾਨਕ ਪ੍ਰਭ ਮੇਰਾ ਊਚਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਗੁਰਬਾਣੀ ਦੀ ਪਾਵਨ ਕਥਾ ਨਾਲ ਜੁੜਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਇਸ ਪਾਵਨ ਸਥਾਨ 'ਤੇ ਗੁਰਬਾਣੀ ਦੀ ਜੋ ਲੜੀਵਾਰ ਕਥਾ ਚੱਲ ਰਹੀ ਹੈ, ਜਿਸ ਦੇ ਤਹਿਤ ਰਾਗ ਵਡਹੰਸ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਦੀ ਆਰੰਭਤਾ ਹੋ ਰਹੀ ਹੈ 562 ਅੰਗ 'ਤੇ। ਸਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੋ ਰੂਹਾਨੀਅਤ ਦੀਆਂ ਬਖਸ਼ਿਸ਼ਾਂ ਕਰ ਰਹੇ ਹਨ। ਆਓ ਸਤਿਗੁਰੂ ਜੀ ਦੀ ਪਾਵਨ ਬਾਣੀ ਦੀ ਕਥਾ ਵਿਚਾਰ ਨਾਲ ਜੁੜ ਕੇ ਸਤਿਗੁਰੂ ਜੀ ਦੇ ਅੰਮ੍ਰਿਤ ਉਪਦੇਸ਼ ਨੂੰ ਸਰਵਣ ਕਰਕੇ ਆਪਣੇ ਜੀਵਨ ਦੇ ਵਿੱਚ ਧਾਰਨ ਕਰੀਏ, ਤਾਂ ਜੋ ਸਾਡਾ ਇਹ ਜੀਵਨ ਸਫਲ ਹੋ ਜਾਵੇ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਫਰਮਾਨ ਕਰ ਰਹੇ ਹਨ। ਵਡਹੰਸ ਮਹੱਲਾ ਪੰਜਵਾਂ। ਘਰ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਵਡਹੰਸ ਮਹੱਲਾ ਪੰਜਵਾਂ। ਭਾਵ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਘਰ ਪਹਿਲਾ ਸੁਰ ਤਾਲ ਦੇ ਮੁਤਾਬਕ ਇੱਥੇ ਜਿਹੜੇ ਅੱਗੇ ਸ਼ਬਦ ਆਉਣਗੇ ਇਹ ਸਾਰੇ
ਰਾਗ ਵਡਹੰਸ ਦੇ ਵਿੱਚ ਪਹਿਲੇ ਘਰ ਵਿੱਚ ਸੁਰ ਤਾਲ ਵਿੱਚ ਗਾਉਣ ਦਾ ਹੁਕਮ ਹੈ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਵਾਹਿਗੁਰੂ ਜੀ ਦਾ ਮੰਗਲਾਚਰਨ ਕੀਤਾ ਹੈ। ਵਾਹਿਗੁਰੂ ਇੱਕ ਹੈ, ਕਿਉਂਕਿ ਸੰਸਾਰ ਦੇ ਵਿੱਚ ਆਪਾਂ ਵੇਖਦੇ ਹਾਂ, ਜਿਵੇਂ ਹਿੰਦੂ ਧਰਮ ਦੇ ਵਿੱਚ 3 ਦੇਵਤੇ 3 ਭਗਵਾਨ ਮੁੱਖ ਰੂਪ ਵਿੱਚ ਮੰਨੇ ਗਏ ਨੇ, ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼। ਪਰ ਗੁਰਮਤਿ ਵਿੱਚ ਮਹਾਰਾਜ ਕਹਿੰਦੇ ਇੱਕੋ ਹੈ ਅਕਾਲ ਪੁਰਖ ਵਾਹਿਗੁਰੂ। ਇਸਲਾਮ ਮਤ ਦੇ ਅੰਦਰ ਵੀ ਖੁਦਾ ਦਾ ਜ਼ਿਕਰ ਕੀਤਾ ਗਿਆ ਹੈ, ਨਾਲ ਫਰਿਸ਼ਤਿਆਂ ਦਾ ਜ਼ਿਕਰ ਵੀ ਕੀਤਾ ਗਿਆ ਹੈ ਕਿ ਜਿਹੜੇ ਫਰਿਸ਼ਤੇ ਹਨ ਉਹ ਇਸ ਤਰ੍ਹਾਂ ਦੀਆਂ ਚੀਜ਼ਾਂ ਦਾਤਾਂ ਦਿੰਦੇ ਹਨ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਵਾਹਿਗੁਰੂ ਇੱਕੋ ਹੈ, ਸਾਰਾ ਕੁਝ ਦਾਤਾਂ ਦੇਣ ਵਾਲਾ ਵੀ ਉਹ ਹੈ, ਜਨਮ ਦੇਣ ਵਾਲਾ ਵੀ ਉਹ ਹੈ, ਪਾਲਣ ਵਾਲਾ ਵੀ ਉਹ ਹੈ ਅਤੇ ਲੈ ਕਰਨ ਵਾਲਾ ਵੀ ਉਹ ਹੈ। ਐਸੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੀਵਨ ਨੇ ਜੁੜਨਾ ਹੈ, ਉਸ ਵਾਹਿਗੁਰੂ ਨੂੰ ਪ੍ਰਾਪਤ ਕਰਨਾ ਹੈ। ਪਰ ਉਹਦਾ ਜੁਗਤੀ ਕੀ ਹੈ, ਤਰੀਕਾ ਕੀ ਹੈ? ਉਹ ਹੈ ਸਤਿਗੁਰ ਪ੍ਰਸਾਦ। ਸਤਿਗੁਰੂ ਦੀ ਕਿਰਪਾ ਨਾਲ ਹੀ ਅਸੀਂ ਪਰਮਾਤਮਾ ਵਾਹਿਗੁਰੂ ਦੇ ਨਾਮ ਨਾਲ ਜੁੜ ਸਕਦੇ ਹਾਂ ਔਰ ਉਹਨਾਂ ਨੂੰ ਪ੍ਰਾਪਤ ਕਰ ਸਕਦੇ ਹਾਂ। ਅਤ ਉੱਚਾ ਤਾਂਗਾ ਦਰਬਾਰਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੋ ਅਕਾਲ ਪੁਰਖ ਵਾਹਿਗੁਰੂ ਹੈ ਉਹਦਾ ਦਰਬਾਰ ਬੜਾ ਉੱਚਾ ਹੈ। ਵਾਹਿਗੁਰੂ ਦਾ ਦਰਬਾਰ ਉੱਚਾ ਹੈ, ਇਹਦਾ ਕੀ ਭਾਵ ਹੈ? ਮਹਾਰਾਜ ਕਹਿੰਦੇ ਜੇ ਵਾਹਿਗੁਰੂ ਦੇ ਦਰਬਾਰ ਵਿੱਚ ਪਹੁੰਚਣਾ ਹੈ ਤਾਂ ਗੁਰਮੁਖੋ ਇਸ ਤਨ ਦੀ ਖੇਡ ਨਹੀਂ ਹੈ, ਉਹ ਹੈ ਮਨ ਦੀ ਖੇਡ। ਮਨ ਦੀਆਂ ਵਾਸ਼ਨਾਵਾਂ ਅਣਖ ਤਰ੍ਹਾਂ ਦੇ ਫੁਰਨੇ ਜਿੱਥੇ ਖਤਮ ਹੋ ਜਾਣ ਉੱਥੇ ਫਿਰ ਪਰਮਾਤਮਾ ਦੇ ਦਰਬਾਰ ਦੀ ਉਹ ਪ੍ਰਾਪਤੀ, ਉਹ ਝਲਕ ਮਿਲਦੀ ਹੈ। ਦਰਬਾਰ ਐਸਾ ਨਹੀਂ ਵੀ ਕਿਤੇ 7ਵੇਂ ਅਸਮਾਨ 'ਤੇ ਪਰਮਾਤਮਾ ਕੋਈ ਬਿਲਡਿੰਗ ਨਹੀਂ ਬਣਾ ਕੇ ਬੈਠਾ, ਉਹ ਇੱਕ ਮਾਨਸਿਕ ਮੰਡਲ ਦੀ ਅਵਸਥਾ ਹੈ। ਜਦੋਂ ਕੋਈ ਵੀ ਅਭਿਆਸੀ ਅਭਿਆਸ ਕਰਦਾ ਹੈ ਤਾਂ ਇਸ ਸਰੀਰ ਦੀਆਂ ਸਭ ਤਰ੍ਹਾਂ ਦੀਆਂ ਵਾਸ਼ਨਾਵਾਂ ਤੋਂ, ਫੁਰਨਿਆਂ ਤੋਂ, ਵਿਕਲਪਾਂ ਤੋਂ, ਸੰਕਲਪਾਂ ਤੋਂ ਅੱਗੇ ਲੰਘ ਕੇ ਵਾਹਿਗੁਰੂ ਦੀ ਉਸ ਪਰਮ ਸੱਤਾ ਦੇ ਵਿੱਚ, ਹਸਤੀ ਦੇ ਵਿੱਚ ਲੀਨ ਹੁੰਦਾ ਹੈ ਜੋ ਸਾਰੇ ਬ੍ਰਹਿਮੰਡ ਦੇ ਵਿੱਚ ਫੈਲੀ ਹੋਈ ਹੈ। ਉੱਚੇ ਤੋਂ ਭਾਵ ਹੈ ਕਿ ਉਹ ਸਾਡੇ, ਜਦੋਂ ਤੱਕ ਸਾਡਾ ਮਨ ਦੁਨਿਆਵੀ ਫੁਰਨਿਆਂ ਵਿੱਚ ਹੈ ਉਦੋਂ ਤੱਕ ਸਾਡੀ ਉਸ ਦਰਬਾਰ ਤੱਕ ਪਕੜ ਨਹੀਂ ਹੋ ਸਕਦੀ, ਅਸੀਂ ਉੱਥੇ ਨਹੀਂ ਜਾ ਸਕਦੇ। ਜਿੱਥੇ ਮਨ ਦੀਆਂ ਵਾਸ਼ਨਾਵਾਂ ਖਤਮ ਹੁੰਦੀਆਂ ਨੇ ਫਿਰ ਇਹ ਮਨ ਉੱਥੇ ਪਹੁੰਚ ਜਾਂਦਾ ਹੈ, ਵਰਨਾ ਇਹ ਮਨ ਉੱਥੇ ਨਹੀਂ ਪਹੁੰਚ ਸਕਦਾ। ਉਹ ਰੂਹਾਨੀ ਤੌਰ 'ਤੇ ਅੰਤਰੀਵ ਭਾਵ ਕਰਕੇ ਬੜਾ ਉੱਚਾ ਹੈ, ਭਾਵ ਸਾਡੀ ਪਹੁੰਚ ਤੋਂ ਪਰੇ ਹੈ। ਅੰਤ ਨਾਹੀ ਕਿਛ ਪਾਰਾਵਾਰਾ। ਵਾਹਿਗੁਰੂ ਪਰਮਾਤਮਾ ਦਾ ਜੋ ਦਰਬਾਰ ਹੈ, ਭਾਵ ਉਹਦਾ ਜਿਹੜਾ ਵਿਸਤਾਰ ਹੈ ਉਹ ਬਹੁਤ ਵੱਡਾ ਹੈ, ਉਹਦਾ ਅੰਤ ਹੀ ਨਹੀਂ ਆਉਂਦਾ। ਜੇ ਕੋਈ ਉਹਦੇ ਤੱਕ ਪਹੁੰਚ ਵੀ ਜਾਵੇ ਤੇ ਉਹ ਬਿਆਨ ਨਹੀਂ ਕਰ ਸਕਦਾ। ਸ੍ਰੀ ਜਪਜੀ ਸਾਹਿਬ ਜੀ ਦੇ ਵਿੱਚ ਆਪਾਂ ਰੋਜ਼ ਪੜ੍ਹਦੇ ਹਾਂ, ਮਹਾਰਾਜ ਕਹਿੰਦੇ ਅੰਤ ਨਾ ਸਿਵਤੀ ਕਹਿਣ ਨਾ ਅੰਤ, ਅੰਤ ਨਾ ਕਰਨੈ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਕਾਰਨ ਕੀਤੇ ਬਿਰਲਾਏ ਤਾਂ ਕਿ ਅੰਤ ਨਾ ਪਾਏ ਜਾਹੇ। ਵਾਹਿਗੁਰੂ ਪਰਮਾਤਮਾ ਦਾ ਕਿਸੇ ਤਰ੍ਹਾਂ ਅੰਤ ਨਹੀਂ ਆਉਂਦਾ, ਪਾਰਾਵਾਰ ਹੀ ਨਹੀਂ ਹੈ, ਅੰਤ ਨਾਹੀ ਕਿਛ ਪਾਰਾਵਾਰ। ਜਿੰਨਾ ਕੋਈ ਮਰਜ਼ੀ ਨਾਮ ਜਪੀ ਜਾਵੇ, ਵਾਹਿਗੁਰੂ ਪਰਮਾਤਮਾ ਦੀ ਸਿਫਤਾਂ ਦਾ ਅੰਤ ਹੀ ਨਹੀਂ ਹੈ। ਕੋਈ ਵਾਹਿਗੁਰੂ ਦੀ ਉਸ ਰੂਹਾਨੀ ਪਰਮ ਸੱਤਾ ਨੂੰ ਵੇਖਣ ਲੱਗ ਜਾਵੇ, ਉਹਦਾ ਵੀ ਅੰਤ ਨਹੀਂ ਹੈ। ਆਪਾਂ ਅਸਮਾਨ ਦੇ ਵਿੱਚ ਚਲੇ ਜਾਈਏ ਤੇ ਆਖੀਏ ਅਸਮਾਨ ਦਾ ਅੰਤ ਲੈ ਲਵਾਂਗੇ, ਨਹੀਂ ਲੈ ਸਕਦੇ। ਜਿੰਨਾ ਕੋਈ ਮਰਜ਼ੀ ਭਾਵੇਂ ਹਵਾਈ ਜਹਾਜ਼ ਦੇ ਵਿੱਚ ਸਵਾਰ ਹੋ ਕੇ ਜਿੰਨਾ ਮਰਜ਼ੀ ਭਜਾਈ ਜਾਵੇ ਅਸਮਾਨ ਦੇ ਵਿੱਚ,
ਕੋਈ ਅੰਤ ਹੈ ਪਤਾ ਨਹੀਂ ਇਸ ਤੋਂ ਅੱਗੇ ਪਰਾਂ ਤੋਂ ਪਰਾਂ ਕੀ ਹੈ। ਆਪਾਂ ਤੇ ਅਜੇ ਅਸਮਾਨ ਦੇ ਵਿੱਚ ਵੀ ਮਨੁੱਖ ਦੀ ਇੰਨੀ ਕੁ ਪਹੁੰਚ ਹੋਈ ਹੈ ਕਿ ਚੰਦਰਮਾ ਤੱਕ ਪਹੁੰਚਿਆ ਹੈ, ਉਹ ਵੀ ਉੱਥੇ ਰਹਿ ਨਹੀਂ ਸਕਦਾ, ਜਾਂ ਕੁਝ ਮੰਗਲ ਗ੍ਰਹਿ 'ਤੇ ਪਹੁੰਚ ਕੀਤੀ ਹੈ। ਇਹਨਾਂ ਤੋਂ ਪਰੇ ਕੀ ਹੈ ਪਤਾ ਨਹੀਂ ਕੀ ਕੁਝ ਹੈ ਪਰਾਂ। ਆਪਾਂ ਤਾਂ ਅਜੇ ਪੂਰੀ ਧਰਤੀ ਵੀ ਨਹੀਂ ਵੇਖੀ, ਆਪਾਂ ਅਜੇ ਪੂਰੀ ਧਰਤੀ ਨੂੰ ਵੀ ਨਹੀਂ ਦੇਖ ਸਕੇ, ਆਕਾਸ਼ ਨੂੰ ਤਾਂ ਦੇਖਣਾ ਹੀ ਕੀ ਹੈ, ਕਿਉਂਕਿ ਮਹਾਰਾਜ ਨੇ ਤੇ ਵੀ ਬਚਨ ਆਖੇ ਨੇ, ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰ ਤਲੈ ਕਵਣ ਜੋਰ। ਬੜਾ ਕੁਝ ਪਰਮਾਤਮਾ ਨੇ ਬਣਾਇਆ ਹੈ, ਅੰਤ ਨਹੀਂ ਹੈ ਉਸ ਦੀ ਮਹਿਮਾ ਦਾ, ਵਾਹਿਗੁਰੂ ਦਾ। ਕੋਟ 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 ਲਖ ਧਾਵੈ, ਇਕ ਤਿਲ ਤਾਂਗਾ ਮੈਲ ਨਾ ਪਾਵੈ। ਇੱਕ ਦੋ ਨਹੀਂ, ਕਰੋੜਾਂ 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 ਜਿਹੜੇ ਲੋਕ ਲੱਖਾਂ ਦੌੜੇ ਫਿਰਦੇ ਨੇ ਵਾਹਿਗੁਰੂ ਦਾ ਅੰਤ ਲੈਣ ਵਾਸਤੇ। ਬੜੇ ਬੜੇ ਸਿੱਧ ਪੁਰਸ਼ ਵੀ ਦੁਨੀਆ 'ਤੇ ਆਏ, ਅੱਜ ਤਾਂ ਓਨੀ ਸਾਧਨਾ ਵਾਲੇ ਮਨੁੱਖ ਦਿਖਾਈ ਨਹੀਂ ਦਿੰਦੇ। ਐਸੇ ਐਸੇ ਗੁਰਸਿੱਖ ਜਿਨ੍ਹਾਂ ਨੂੰ ਪੂਰਾ ਪੂਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਯਾਦ ਕੰਠ, ਵੇਦ ਪੁਰਾਣ ਕੁਰਾਨ, ਇਹ ਗ੍ਰੰਥ ਐਸੇ ਐਸੇ ਲੋਕ ਦੁਨੀਆ 'ਤੇ ਆਏ, ਸਾਰਾ ਇੰਨਾ ਕੰਠ, ਇੰਨੀ ਵੱਡੀ ਸਾਧਨਾ, ਬੜੀ ਸਾਧਨਾ ਕੀਤੀ ਕਿ ਉਹ ਵਾਹਿਗੁਰੂ ਦਾ ਅੰਤ ਲੈ ਸਕੇ ਨਹੀਂ। ਇੱਕ ਤਿਲ ਤਾਂ ਕਾ ਮਹਿਲ ਨਾ ਪਾਵੇ, ਇੱਕ ਤਿਲ ਮਾਤਰ ਜਿੰਨਾ ਵੀ ਕੋਈ ਵਾਹਿਗੁਰੂ ਦੇ ਮਹਿਲ ਸਰੂਪ ਨੂੰ ਨਹੀਂ ਪਾ ਸਕੇ, ਭਾਵ ਉਹਦਾ ਅੰਤ ਨਹੀਂ ਲੈ ਸਕੇ। ਇੰਨਾ ਵੱਡਾ ਉਹ ਵਾਹਿਗੁਰੂ ਬੇਅੰਤ ਹੈ, ਬੇਅੰਤ ਹੈ, ਕਿਸੇ ਵੀ ਤਰ੍ਹਾਂ ਉਹਦਾ ਅੰਤ ਨਹੀਂ ਆਉਂਦਾ। ਵਾਹਿਗੁਰੂ ਦੀ ਸਿਫਤ ਸਲਾਹ ਵਡਿਆਈ ਕਰੋ, ਉਹਦਾ ਅੰਤ ਲੈਣ ਵਾਸਤੇ ਨਹੀਂ, ਉਸ ਬੇਅੰਤ ਦੇ ਵਿੱਚ ਲੀਨ ਹੋਣ ਵਾਸਤੇ। ਉਸ ਵਾਹਿਗੁਰੂ ਦੇ ਵਿੱਚ ਅਸੀਂ ਲੀਨ ਹੋ ਜਾਈਏ, ਕਿਉਂਕਿ ਵਾਹਿਗੁਰੂ ਪਰਮਾਤਮਾ ਨੂੰ ਆਪਾਂ ਪੂਰਾ ਨਹੀਂ ਜਾਣ ਸਕਦੇ, ਪਰ ਉਹਦੇ ਵਿੱਚ ਸਮਾ ਸਕਦੇ ਹਾਂ। ਤੋ ਮਹਾਰਾਜ ਕਹਿੰਦੇ ਬੜਿਆਂ ਨੇ ਯਤਨ ਕੀਤੇ, ਬੜੀ ਬੜੀ ਉਮਰ ਵੀ ਵਧਾ ਲਈ। ਕੋਟ ਕੋਟੀ ਮੇਰੀ ਆਰਜਾ, ਪਵਨ ਪੀਣ ਅਪਿਆਓ, ਚੰਦ ਸੂਰਜ ਦੋਏ ਗੁਫਾ ਨਾ ਦੇਖਾਂ, ਸੁਪਨੇ ਸੌਣ ਨਾ ਥਾਓ, ਭੀ ਤੇਰੀ ਕੀਮਤ ਨਾ ਪਵੈ, ਹੋਂ ਕੇਵੜ ਆਖਾਂ ਨਾਉ। ਮੈਂ ਇੰਨੀ ਕੁ ਸਾਧਨਾ ਕਰ ਲਵਾਂ ਕਿ ਮੇਰੀ ਕਰੋੜਾਂ ਕਰੋੜਾਂ ਸਾਲ ਦੀ ਉਮਰ ਹੋ ਜਾਵੇ, ਸਵਾਸਾਂ ਨੂੰ ਰੋਕ ਲਵਾਂ, ਕਰੋੜਾਂ ਸਾਲ ਦੀ ਮੇਰੀ ਉਮਰ ਹੋ ਜਾਵੇ। ਕੋਟ ਕੋਟੀ ਮੇਰੀ ਆਰਜਾ, ਆਰਜਾ ਕਹਿੰਦੇ ਨੇ ਉਮਰ ਨੂੰ। ਮਹਾਰਾਜ ਕਹਿੰਦੇ ਕੋਟ ਕੋਟੀ ਮੇਰੀ ਆਰਜਾ, ਪਵਨ ਪੀਣ ਅਪਿਆਓ, ਪਵਨ ਹਵਾ ਦੇ ਆਸਰੇ ਹੀ ਰਹੀ ਜਾਵਾਂ, ਇਹਨੂੰ ਹੀ ਆਪਣਾ ਭੋਜਨ ਬਣਾ ਲਵਾਂ। ਤੇ ਚੰਦ ਸੂਰਜ ਦੋਏ ਗੁਫਾ ਨਾ ਦੇਖਾਂ, ਸੁਪਨੇ ਸੌਣ ਨਾ ਥਾਉ, ਐਸੀ ਭੀੜੀ ਗੁਫਾ ਵਿੱਚ ਬੈਠ ਕੇ ਸਾਧਨਾ ਕਰਾਂ ਜਿੱਥੇ ਬਹਿਣਾ ਹੀ ਔਖਾ ਹੋਵੇ, ਸੌਣਾ ਤਾਂ ਦੂਰ ਦੀ ਗੱਲ ਹੈ। ਭਾਵ ਬੜੀ ਕਰੜੀ ਸਾਧਨਾ ਕਰਾਂ, ਹਵਾ ਦੇ ਆਸਰੇ ਬੈਠਾ ਰਵਾਂ, ਕਰੋੜਾਂ ਸਾਲ ਦੀ ਉਮਰ ਹੋਵੇ। ਤੇ ਮਹਾਰਾਜ ਕਹਿੰਦੇ ਭੀ ਤੇਰੀ ਕੀਮਤ ਨਾ ਪਵੈ, ਹੋਂ ਕੇਵੜ ਆਖਾਂ ਨਾਉ। ਵਾਹਿਗੁਰੂ ਤੇਰੀ ਕੀਮਤ ਅਸੀਂ ਤਾਂ ਵੀ ਨਹੀਂ ਪਾ ਸਕਦੇ, ਤੇਰਾ ਮੁੱਲ ਨਹੀਂ ਪਾ ਸਕਦੇ, ਇੰਨਾ ਬੇਅੰਤ ਤੂੰ, ਇੰਨਾ ਬੇਅੰਤ। ਪਰ ਯਤਨ ਬੜੇ ਕਰਦੇ ਨੇ, ਇਸ ਪਾਸੇ ਤੁਰਦੇ ਬੜੀ ਦੁਨੀਆ ਹੈ। ਮਹਾਰਾਜ ਕਹਿੰਦੇ ਸੁਹਾਵੀ ਕੌਣ ਸੁਵੇਲਾ, ਜਿਤ ਪ੍ਰਭ ਮੇਲਾ ਰਹਾਓ। ਉਹ ਸੁਹਾਵਾ ਕਿਹੜਾ ਵੇਲਾ ਹੈ ਜਦੋਂ ਪਰਮਾਤਮਾ ਦੇ ਨਾਲ ਜੀਵ ਦਾ ਮੇਲ ਹੁੰਦਾ ਹੈ, ਐਸਾ ਉਹ ਕਿਹੜਾ ਵੇਲਾ ਹੈ। ਇਹਦਾ ਉੱਤਰ ਮਹਾਰਾਜ ਦੇਣਗੇ ਅੱਗੇ। ਇਹ ਸਵਾਲ ਹੈ, ਰਹਾਉ ਦੀ ਪੰਕਤੀ ਹੈ ਨਾ, ਕਿ ਉਹ ਕਿਹੜਾ ਸਮਾਂ, ਕਿਹੜਾ ਵੇਲਾ, ਕਿਹੜਾ ਵਕਤ ਹੈ ਜਦੋਂ ਪ੍ਰਭੂ ਨਾਲ ਵੇਲਾ ਮਿਲਾਪ ਹੁੰਦਾ ਹੈ। ਕਿਉਂਕਿ ਇਹਦੇ ਵਿੱਚ ਵੀ ਵੱਖੋ ਵੱਖਰੇ ਅੰਤਰੇ ਦੱਸੇ ਗਏ ਨੇ, ਉਹ ਆਪਾਂ ਅਖੀਰ ਦੇ ਵਿੱਚ ਦੱਸਾਂਗੇ। ਮਹਾਰਾਜ ਜੋ ਬਾਣੀ ਦੇ ਅਖੀਰ ਵਿੱਚ ਦੱਸ ਰਹੇ ਨੇ ਕਿ ਪਰਮਾਤਮਾ
ਦੇ ਮਿਲਾਪ ਦਾ ਕਿਹੜਾ ਵੇਲਾ ਹੈ। ਉਹ ਸੁਹਾਵੀ ਕੌਣ ਸੋ ਵੇਲਾ, ਕਿਹੜਾ ਉਹ ਸੋਹਣਾ ਸਮਾਂ ਕਿਹੜਾ ਹੈ ਜਦੋਂ ਪ੍ਰਮਾਤਮਾ ਨਾਲ ਮਿਲਾਪ ਹੁੰਦਾ ਹੈ। ਰਹਾਓ ਇਹ ਸਵਾਲ ਹੈ, ਇਹਦਾ ਜਵਾਬ ਮਹਾਰਾਜ ਅੱਗੇ ਦੇਣਗੇ। ਲਾਖ ਭਗਤ ਜਾਂ ਕੋ ਆਰਾਧੈ, ਲਾਖ ਤਪੀਸਰ ਤਪ ਹੀ ਸਾਧੈ। ਲੱਖਾਂ ਭਗਤ ਵਾਹਿਗੁਰੂ ਦੇ ਨਾਮ ਦੀ ਆਰਾਧਨਾ ਕਰ ਰਹੇ ਨੇ, ਜਪੀ ਜਾ ਰਹੇ ਨੇ, ਲੱਖਾਂ ਤਪੀਸਰ ਤਪ ਸਾਧ ਰਹੇ ਨੇ। ਭਾਵ ਕੋਈ ਪੁੱਠਾ ਲਟਕ ਰਿਹਾ ਹੈ, ਕੋਈ ਪ੍ਰਾਣਾਂ ਨੂੰ ਜਾਮ ਕਰਕੇ ਬੈਠਾ ਹੈ, ਕੋਈ ਅੰਨ ਪਾਣੀ ਦਾ ਤਿਆਗ ਕਰੀ ਬੈਠਾ ਹੈ। ਇਸ ਤਰ੍ਹਾਂ ਦੀ ਸਾਧਨਾ ਕਰਨ ਵਾਲੇ ਵੀ ਬੜੇ ਹਨ। ਲਾਖ ਜੋਗੀਸਰ ਕਰਤੇ ਜੋਗਾ, ਲੱਖਾਂ ਹੀ ਜੋਗੀ ਉਹ ਯੋਗ ਕਰ ਰਹੇ ਹਨ, ਯੋਗ ਮਤ ਨਾਲ ਜੁੜ ਕੇ ਯੋਗ ਸਾਧਨਾ ਕਰੀ ਜਾ ਰਹੇ ਨੇ। ਲਾਖ ਭੋਗੀਸਰ ਭੋਗੈ ਭੋਗਾ, ਅਤੇ ਲੱਖਾਂ ਹੀ ਭੋਗਾਂ ਨੂੰ ਭੋਗਣ ਵਾਲੇ ਉਹ ਸੰਸਾਰ ਦੇ ਪਦਾਰਥਾਂ ਨੂੰ ਭੋਗ ਰਹੇ ਨੇ। ਘਟ ਘਟ ਵਸੈ ਜਾਣੈ ਥੋਰਾ। ਕਈ ਸੰਸਾਰ ਦੇ ਪਦਾਰਥਾਂ ਨੂੰ ਕਹਿੰਦੇ ਰੱਬ ਨੇ ਸਾਨੂੰ ਭੇਜਿਆ ਹੀ ਤਾਂ ਹੈ, ਰੱਬ ਨੂੰ ਬਸ ਇੰਨਾ ਕੁ ਯਾਦ ਕਰਦੇ ਨੇ ਵੀ ਰੱਬ ਨੇ ਭੇਜਿਆ ਹੀ ਭੋਗਾਂ ਨੂੰ ਭੋਗਣ ਵਾਸਤੇ ਹੈ। ਮਹਾਰਾਜ ਕਹਿੰਦੇ ਘਟ ਘਟ ਵਸੈ ਜਾਣੈ ਥੋਰਾ। ਵਾਹਿਗੁਰੂ ਤਾਂ ਘਟ ਘਟ ਵਿੱਚ ਵਸਦਾ ਹੈ, ਪਰ ਉਹਨੂੰ ਥੋੜ੍ਹਾ ਜਿਹਾ ਮਾੜਾ ਜਿਹਾ ਜਾਣਿਆ, ਬਿਲਕੁਲ ਰੰਚਕ ਮਾਤਰ। ਜਿਵੇਂ ਮਹਾਰਾਜ ਜੀ ਦੇ ਬਚਨ ਆਉਂਦੇ ਨੇ, ਕਰਤੇ ਕੋ ਮੇਰਾ ਸਮਾਨੈ, ਕਰਨਹਾਰ ਤ੍ਰਿਣ ਜਾਣੈ। ਜੋ ਵਾਹਿਗੁਰੂ ਪਰਮਾਤਮਾ ਨੇ ਬਣਾਇਆ ਹੈ ਉਹਨੂੰ ਤੇ ਵੱਡਾ ਸਮੇਰ ਪਰਬਤ ਕਰਕੇ ਮੰਨ ਲਿਆ। ਜਿਸ ਵਾਹਿਗੁਰੂ ਨੇ ਬਣਾਇਆ ਹੈ ਉਹਨੂੰ ਬਿਲਕੁਲ ਰੰਚਕ ਮਾਤਰ ਮਾੜਾ ਜਿਹਾ ਜਾਣ ਕੇ ਮਾੜਾ ਜਿਹਾ ਜਾਣਦੇ ਨੇ ਵੀ ਰੱਬ ਹੈ। ਆਪਾਂ ਵੀ ਇਹਨਾਂ ਕੁ ਕਹਿੰਦੇ ਰੱਬ ਹੈ ਬਸ। ਜਿਸ ਵਾਹਿਗੁਰੂ ਨੇ ਸਾਨੂੰ ਇਹ ਕਾਇਆ ਦਿੱਤੀ, ਸੰਸਾਰ ਬਣਾਇਆ, ਇਹ ਸਾਰਾ ਕੁਝ ਇੰਨਾ ਵੱਡਾ ਪਸਾਰਾ ਬਣਾ ਦਿੱਤਾ, ਉਹਦਾ ਨਾਮ ਜਪਦੇ ਨਹੀਂ, ਬਸ ਆਪਣਾ ਹੀ ਜਪੀ ਜਾਂਦੇ ਆ। ਮਹਾਰਾਜ ਕਹਿੰਦੇ ਘਟ ਘਟ ਵਸੈ ਜਾਣੈ ਥੋਰਾ। ਥੋੜ੍ਹਾ ਜਿਹਾ ਜਾਣਦੇ ਨੇ, ਭਾਵੇਂ ਕੋਈ ਭਗਤ ਭਗਤੀ ਕਰ ਰਹੇ ਨੇ, ਭਾਵੇਂ ਕੋਈ ਤਪੀਸਰ ਸਾਧਨਾ ਕਰ ਰਹੇ ਨੇ, ਭਾਵੇਂ ਜੋਗੀ ਯੋਗ ਸਾਧਨਾ ਕਰ ਰਹੇ ਨੇ, ਤੇ ਭਾਵੇਂ ਕੋਈ ਪਦਾਰਥਾਂ ਵਿੱਚ ਰਹਿ ਕੇ ਭੋਗਦੇ ਹੋਏ ਵਾਹਿਗੁਰੂ ਨੂੰ ਯਾਦ ਕਰਦੇ ਨੇ, ਪਰ ਬਹੁਤਾ ਨਹੀਂ ਜਾਣ ਸਕੇ। ਹੈ ਕੋਈ ਸਾਜਣ ਪਰਦਾ ਤੋਰਾ। ਇਸ ਤਰ੍ਹਾਂ ਦਾ ਕੋਈ ਹੈ ਸੱਜਣ ਜਿਹਨੇ ਪਰਦਾ ਤੋੜ ਦਿੱਤਾ ਹੋਵੇ। ਪਰਦਾ ਸਾਡੇ ਅੰਦਰ ਹੈ, ਵਾਹਿਗੁਰੂ ਵੱਲੋਂ ਕੋਈ ਪਰਦਾ ਨਹੀਂ ਹੈ। ਸਾਡੇ ਵੱਲੋਂ ਪਰਦਾ ਕੀਤਾ ਹੋਇਆ ਹਉਮੈ ਦਾ। ਅਸੀਂ ਆਪਣੀ ਹਉਮੈ ਕਰਕੇ, ਈਗੋ ਕਰਕੇ, ਹੰਕਾਰ ਕਰਕੇ ਰੱਬ ਨੂੰ ਨਹੀਂ ਵੇਖ ਰਹੇ। ਇਹ ਸਾਡੇ ਅੰਦਰ ਪਰਦਾ ਹੈ। ਇਸ ਤਰ੍ਹਾਂ ਦਾ ਕੋਈ ਗੁਰਮੁਖ ਹੈ ਰੱਬ ਦਾ ਪਿਆਰਾ ਜਿਹਨੇ ਪਰਦਾ ਤੋੜ ਦਿੱਤਾ ਹੋਵੇ ਤੇ ਰੱਬ ਨੂੰ ਵੇਖ ਲਿਆ ਹੋਵੇ। ਕਰੋ ਜਤਨ ਜੇ ਹੋਏ ਮਿਹਰਬਾਨਾ, ਤਾਂ ਕੋ ਦੇਈ ਜਿਉ ਕੁਰਬਾਨਾ। ਹੇ ਮਾਲਕ ਵਾਹਿਗੁਰੂ, ਇਸ ਤਰ੍ਹਾਂ ਦਾ ਕੋਈ ਗੁਰਮੁਖ ਸੱਜਣ ਮਿਲਾ ਦੇ ਜਿਹਨੇ ਆਪ ਪਰਦਾ ਆਪਣੀ ਹਉਮੈ ਦਾ ਤੋੜ ਦਿੱਤਾ ਹੋਵੇ। ਕਰੋ ਜਤਨ ਜੇ ਹੋਏ ਮਿਹਰਬਾਨਾ, ਤੇ ਮੈਂ ਯਤਨ ਕਰਾਂਗਾ ਉਹ ਗੁਰਮੁਖ ਮੇਰੇ ਤੇ ਮਿਹਰਬਾਨ ਹੋ ਜਾਵੇ। ਤਾਂ ਕੋ ਦੇਈ ਜਿਉ ਕੁਰਬਾਨਾ, ਮੈਂ ਆਪਣੀ ਜਿੰਦ ਉਹਨੂੰ ਭੇਟਾ ਕਰ ਦੇਵਾਂ ਜੀ। ਕਿਉਂਕਿ ਜਿਹਨੇ ਪਰਦਾ ਤੋੜ ਦਿੱਤਾ ਹੈ ਨਾ ਰੱਬ ਦੇ ਵਿਚਾਲੇ, ਜਿਹੜਾ ਹਉਮੈ ਦਾ ਪਰਦਾ ਸੀ, ਉਹ ਪਰਦਾ ਤੋੜ ਕੇ ਉਹ ਰੱਬ ਤੱਕ ਪਹੁੰਚ ਗਿਆ ਹੈ। ਉਹ ਗੁਰਮੁਖ ਆਪਣੇ ਸਰੀਰ ਨਾਲ ਨਹੀਂ ਜੋੜੇਗਾ ਕਿਸੇ ਨੂੰ। ਜਿਸ ਸਮੇਂ ਗੁਰੂ ਅਰਜਨ ਦੇਵ ਜੀ ਮਹਾਰਾਜ ਜਗਤ ਜਲੰਦੇ ਦਾ ਉਧਾਰ ਕਰ ਰਹੇ ਨੇ ਨਾ, ਉਸ ਸਮੇਂ ਦਿੱਲੀ ਦੀ ਧਰਤੀ ਤੇ ਇੱਕ ਵਜ਼ੀਰ ਹੋਇਆ, ਉਹਦਾ ਨਾਂ ਸੀ ਵਜ਼ੀਰ ਖਾਂ। ਜਹਾਂਗੀਰ ਬਾਦਸ਼ਾਹ ਦਾ ਇਹ ਵਜ਼ੀਰ ਸੀ। ਇਹਦੇ ਪੇਟ ਦੇ ਵਿੱਚ ਨਾ ਜਲੋਦਰ ਦਾ ਰੋਗ ਸੀ। ਜਿਵੇਂ ਪਾਣੀ ਪੇਟ ਵਿੱਚ ਭਰ ਜਾਂਦਾ, ਅੱਜ ਕੱਲ੍ਹ ਵੀ ਆਪਾਂ ਵੇਖਦੇ ਹਾਂ ਰੋਗ ਹੁੰਦਾ ਹੈ। ਤੇ ਹੁਣ ਜਿਹੜੇ ਰਾਜੇ ਮਹਾਰਾਜੇ ਹੁੰਦੇ ਨੇ, ਇਹਨਾਂ ਦੇ ਘਰ ਵਿੱਚ ਕਿਹੜੀ ਕਮੀ ਹੁੰਦੀ ਹੈ, ਜਾਂ ਇਲਾਜ ਵੱਲੋਂ ਇਹਨਾਂ ਨੂੰ ਕਿਹੜਾ ਕੋਈ ਕਮੀ ਹੁੰਦੀ, ਵਧੀਆ ਤੋਂ ਵਧੀਆ ਦਵਾਈ ਇਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ।
ਇਹਨੇ ਬੜੇ ਯਤਨ ਕੀਤੇ ਪਰ ਇਹਦਾ ਇਲਾਜ ਨਾ ਹੋਇਆ। ਬੜਾ ਦੁਖੀ, ਰਾਤ ਨੂੰ ਨੀਂਦ ਹੀ ਨਾ ਪਿਆ ਕਰੇ। ਇੱਕ ਦਿਨ ਇੱਕ ਗੁਰਮੁਖ ਦਿੱਲੀ ਦੀ ਧਰਤੀ ਤੇ ਰਹਿੰਦਾ ਗੁਰਸਿੱਖ, ਉਹਦਾ ਨਾਮ ਵੀ ਗੁਰਮੁਖ ਕਰਕੇ ਆਇਆ ਹੈ। ਉਹ ਗੁਰਮੁਖ ਬਾਣੀ ਉਹਨੇ ਬਹੁਤ ਕੰਠ ਕੀਤੀ ਹੋਈ, ਉਹਦੇ ਵਿੱਚ ਉਹਨੇ ਸੁਖਮਨੀ ਸਾਹਿਬ ਜੀ ਦਾ ਪਾਠ ਵੀ ਕੰਠ ਕੀਤਾ ਹੋਇਆ। ਤੇ ਸਵੇਰੇ ਉਹ ਜਾਂਦਾ ਹੋਇਆ ਰਸਤੇ ਵਿੱਚ ਸੈਰ ਕਰਦਾ ਹੋਇਆ ਉਹ ਬਾਣੀ ਪੜ੍ਹਦਾ ਜਾਣਾ, ਜਾ ਰਿਹਾ ਉਹ ਬਾਣੀ ਪੜ੍ਹਦਾ ਹੋਇਆ। ਇਹਦੇ ਪੇਟ ਵਿੱਚ ਉਹ ਨੁਕਸ ਹੋਣ ਕਰਕੇ ਅੱਜ ਇਹਨੂੰ ਨੀਂਦ ਨਹੀਂ ਪਈ, ਅੰਮ੍ਰਿਤ ਵੇਲੇ ਜਾਗ ਰਿਹਾ ਹੈ। ਗਰਮੀ ਦੀ ਰੁੱਤ ਸੀ, ਤਾਕੀ ਖੋਲ੍ਹ ਕੇ ਬਾਹਰ ਹਵਾ ਲੈ ਰਿਹਾ। ਆਪਣੇ ਸੜਕ ਦੇ ਉੱਪਰ ਜਿਹੜਾ ਇਹਦਾ ਘਰ ਹੈ, ਮਹੱਲ ਹੈ, ਇਹਦੇ ਕੰਨਾਂ ਦੇ ਵਿੱਚ ਨਾ ਉਹ ਆਵਾਜ਼ ਪਈ ਹੈ। ਜਦੋਂ ਇਹਦੇ ਕੰਨਾਂ ਵਿੱਚ ਆਵਾਜ਼ ਪਈ, ਉਹ ਜਿਹੜਾ ਦਰਦ ਹੋ ਰਿਹਾ ਸੀ ਨਾ ਪੇਟ ਵਿੱਚ, ਉਹਨੂੰ ਕੁਝ ਆਰਾਮ ਆ ਗਿਆ। ਜਿੰਨੇ ਚਿਰ ਤੱਕ ਉਹ ਆਵਾਜ਼ ਪੈਂਦੀ ਰਹੀ ਨਾ ਬਾਣੀ ਦੀ, ਇਹਨੂੰ ਆਰਾਮ ਰਿਹਾ। ਜਦੋਂ ਸਿੱਖ ਦੂਰ ਚਲਾ ਗਿਆ, ਉਹ ਦਰਦ ਫੇਰ ਹੋਣ ਲੱਗ ਪਿਆ। ਇਹਨੇ ਪਤਾ ਕੀਤਾ ਵੀ ਇਹ ਕਿਹੜਾ ਬੰਦਾ ਸੀ ਜਿਹੜਾ ਇਸ ਸਮੇਂ ਪੜ੍ਹ ਰਿਹਾ ਸੀ ਇਸ ਤਰ੍ਹਾਂ ਦਾ ਕੋਈ ਪਾਠ। ਪਤਾ ਕਰਨ ਤੇ ਉਹ ਗੁਰਮੁਖ ਦਾ ਪਤਾ ਮਿਲਿਆ। ਬੁਲਾ ਲਿਆ ਉਹਨੂੰ, ਕੌਣ ਹੈ ਤੂੰ, ਕਿਹੜੀ ਬਾਣੀ ਪੜ੍ਹ ਰਿਹਾ ਸੀ, ਕੀ ਕਰ ਰਿਹਾ ਸੀ? ਤਾਂ ਉਹਨੇ ਫਿਰ ਸਾਰਾ ਦੱਸਿਆ ਗੁਰਮੁਖ ਨੇ ਕਿ ਬਾਣੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਹੈ। ਕਹਿੰਦੇ ਹਨ ਵਜ਼ੀਰ ਖਾਨ ਨੇ ਬੜਾ ਸਤਿਕਾਰ ਦਿੱਤਾ, ਉੱਚਾ ਆਸਣ ਲਗਾਇਆ, ਉੱਚੇ ਆਸਣ 'ਤੇ ਬਿਠਾ ਕੇ ਆਪ ਭੁੰਜੇ ਬਹਿ ਗਿਆ ਤੇ ਇਹਨੂੰ ਕਹਿੰਦਾ ਮੈਨੂੰ ਸਾਰਾ ਪਾਠ ਸੁਣਾ। ਗੁਰਸਿੱਖ ਨੇ ਜਦੋਂ ਸਾਰਾ ਪਾਠ ਸੁਣਾਇਆ, ਇਹਦਾ ਦਰਦ ਬਿਲਕੁਲ ਬੰਦ ਹੋ ਗਿਆ, ਪਰ ਇਹਦਾ ਪੇਟ ਫੁੱਲਿਆ ਰਿਹਾ। ਤੇ ਇਹਨੇ ਆਖਿਆ ਜਦੋਂ ਕਿ ਮੇਰੇ 'ਤੇ ਕਿਰਪਾ ਕਰੋ। ਕਹਿੰਦੇ ਇਹ ਤਾਂ ਗੁਰੂ ਅਰਜਨ ਦੇਵ ਜੀ ਕਿਰਪਾ ਕਰ ਸਕਦੇ ਨੇ, ਮੈਂ ਤਾਂ ਬਾਣੀ ਦੀ ਕਿਰਪਾ ਹੋਈ ਹੈ ਜਿਹੜਾ ਤੇਰਾ ਦਰਦ ਬੰਦ ਹੋਇਆ ਹੈ, ਤੇ ਸਾਰਾ ਕੁਝ ਕਰਨ ਵਾਲੇ ਗੁਰੂ ਪਾਤਸ਼ਾਹ ਆਪ ਹੀ ਹਨ। ਇਹ ਵਜ਼ੀਰ ਖਾਂ ਫਿਰ ਗੁਰੂ ਮਹਾਰਾਜ ਜੀ ਦੇ ਕੋਲ ਚੱਲ ਕੇ ਆਇਆ ਸੀ ਤੇ ਫਿਰ ਸਤਿਗੁਰੂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਭੇਜ ਦਿੱਤਾ। ਉਸ ਸਮੇਂ ਅੰਮ੍ਰਿਤ ਸਰੋਵਰ ਦੀ ਕਾਰ ਸੇਵਾ ਚੱਲ ਰਹੀ ਸੀ। ਬਾਬਾ ਬੁੱਢਾ ਸਾਹਿਬ ਜੀ ਨੇ ਲੰਮਾ ਪਾ ਕੇ ਨਾ ਬੇਰ ਸਾਹਿਬ ਦੇ ਕੋਲ ਇੱਕ ਸਿੱਖ ਨੂੰ ਇਸ਼ਾਰਾ ਕੀਤਾ, ਮਿੱਟੀ ਦਾ ਭਰਿਆ ਹੋਇਆ ਟੋਕਰਾ ਲਿਆ ਕੇ ਇਹਦੇ ਪੇਟ 'ਤੇ ਸੁੱਟਿਆ ਤਾਂ ਉਹ ਠੀਕ ਹੋ ਗਿਆ ਬਿਲਕੁਲ। ਕਿਰਪਾ ਨਾਲ ਹੁੰਦੀ ਗੱਲ, ਐਸਾ ਨਹੀਂ ਵੀ ਕਿ ਮਿੱਟੀ ਦਾ ਟੋਕਰੇ ਨਾਲ ਹੋ ਗਈ ਗੱਲ। ਇਹ ਤੇ ਮਹਾਂਪੁਰਸ਼ਾਂ ਦੀਆਂ ਜੁਗਤੀਆਂ ਹੁੰਦੀਆਂ ਨੇ। ਤਾਂ ਉਹ ਸਿੱਖ ਨੂੰ ਮਹਾਰਾਜ ਕਹਿੰਦੇ ਵੀ ਤੂੰ ਉੱਥੇ ਹੀ ਕਿਰਪਾ ਕਰ ਦੇਣੀ ਸੀ ਇਹਦੇ 'ਤੇ, ਇਹਦਾ ਪੇਟ ਠੀਕ ਕਰ ਦੇਣਾ ਸੀ ਬਿਲਕੁਲ। ਤਾਂ ਉਹ ਗੁਰਮੁਖ ਕਹਿੰਦਾ ਮਹਾਰਾਜ ਜੇ ਮੈਂ ਉੱਥੇ ਕਰ ਦਿੰਦਾ ਤਾਂ ਦਿੱਲੀ ਦੇ ਵਿੱਚ ਮੇਰੀ ਦੁਕਾਨ ਖੁੱਲ੍ਹ ਜਾਣੀ ਸੀ ਤੇ ਇਹਨਾਂ ਨੇ ਮੈਨੂੰ ਮੱਥਾ ਟੇਕਣ ਲੱਗ ਜਾਣਾ ਸੀ। ਜਿਹੜਾ ਗੁਰਸਿੱਖ ਹੈ ਉਹ ਆਪਣੇ ਨਾਲ ਨਹੀਂ ਜੋੜਦਾ, ਉਹ ਬਾਣੀ ਨਾਲ, ਗੁਰੂ ਨਾਲ ਹੀ ਸੰਗਤ ਨੂੰ, ਕਿਸੇ ਨੂੰ ਵੀ ਜੋੜਦਾ, ਬਾਣੀ ਨਾਲ ਹੀ ਜੋੜਦਾ। ਭਾਈ ਬਾਣੀ ਨਾਲ ਜੁੜੋ। ਇਸ ਤਰ੍ਹਾਂ ਦਾ ਕੋਈ ਗੁਰਮੁਖ ਮਿਲ ਜੇ ਨਾ, ਉਹ ਸਾਨੂੰ ਵੀ ਜੋੜ ਦੇਗਾ। ਤੇ ਜਿਹੜਾ ਗੁਰਮੁਖ ਨਹੀਂ ਹੈ ਉਹਨੇ ਕਹਿਣਾ ਮੇਰੇ ਨਾਲ ਜੁੜੋ, ਮੈਂ ਅਰਦਾਸ ਕਰਾਂਗਾ, ਮੈਂ ਤੁਹਾਡਾ ਪਾਠ ਕਰਤਾ ਤੇ ਬੱਲੇ ਬੱਲੇ ਹੋ ਜਾਣੀ ਹੈ। ਵੇਖੋ ਸਭ ਕੰਮ ਤੇ ਬਾਣੀ ਨਹੀਂ ਕਰਨਾ ਹੈ, ਪਰ ਸਾਨੂੰ ਉਹ ਗੁਰਮੁਖ ਦੀ ਖੋਜ ਹੋਣੀ ਚਾਹੀਦੀ ਜਿਹੜਾ ਸਾਨੂੰ ਬਾਣੀ ਨਾਲ ਜੋੜੇ। ਜਿਹੜਾ ਕਿ ਮੈਂ ਕਰਦਾ, ਮੇਰੀ ਅਰਦਾਸ ਤਾਂ ਖਾਲੀ ਜਾਂਦੀ ਨਹੀਂ ਹੈ। ਉਹ ਫਿਰ ਆਪਣੇ ਨਾਲ ਹੀ ਜੋੜਦੇ ਆ ਵੀ ਮੇਰੇ ਕੋਲ ਹੀ ਗਾਹਕ ਆਇਆ ਕਰਨ, ਹੋਰ ਪਾਸੇ ਨਾ ਜਾਣ। ਹੈ ਕੋਈ ਸਾਜਨ ਪਰਦਾ ਤੋਰਾ, ਹੈ ਕੋਈ ਸੱਜਣ ਜਿਹਨੇ ਪਰਦਾ ਤੋੜ ਦਿੱਤਾ ਹੋਵੇ ਹਉਮੈ ਦਾ ਵੀ ਮੈਂ ਤਾਂ ਕੁਝ ਨਹੀਂ ਹਾਂ। ਕਰੋ ਯਤਨ ਜੇ ਹੋਏ ਮਿਹਰਬਾਨਾ, ਮੈਂ ਯਤਨ ਕਰਾਂ ਉਹ ਗੁਰਮੁਖ ਮੇਰੇ 'ਤੇ ਮਿਹਰਬਾਨ ਹੋ ਜਾਵੇ। ਤਾਂ ਕੋ ਦੇਈ ਜਿਉ ਕੁਰਬਾਨਾ, ਮੈਂ ਆਪਣੀ ਜਿੰਦ ਨੂੰ, ਆਪਣਾ ਮਨ ਨੂੰ ਭੇਟਾ ਕਰ ਦੇਵਾਂ। ਕਿਉਂਕਿ ਇਸ ਤਰ੍ਹਾਂ ਦਾ ਗੁਰਮੁਖ ਸਾਨੂੰ ਬਾਣੀ ਨਾਲ ਜੋੜ ਦੇਗਾ, ਨਾਮ ਦੇ ਨਾਲ ਜੋੜ ਦੇਗਾ। ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਇਤਿਹਾਸ ਵਿੱਚ ਪ੍ਰਮਾਣ ਆਉਂਦੇ ਨੇ ਕਿ ਉਹ ਗੁਰਸਿੱਖ ਗੁਰੂ ਨਾਲ ਜੋੜਦੇ, ਬਾਣੀ ਨਾਲ ਹੀ ਜੋੜਦੇ, ਆਪਣੇ ਨਾਲ ਨਹੀਂ ਜੋੜਦੇ। ਪਰ ਅੱਜ ਕੱਲ੍ਹ ਉਲਟ ਹੋ ਗਈ ਹੈ,
हर एक मेरे वर्गा उठता अपनी जथेबंदी बना लैंदा है भी आ जाओ भाई मेरे को आ जाओ, मैं हुण जथेबंदी बनाती है, इत्थे तुसीं अपनी माया दसवंध दिया करो। जद कि चाहिदा तां है भी आपां संगत ही रूप दे विच चलीए, गुरु ग्रंथ साहिब महाराज जी दे हुकम दे विच ही चलीए। पर अजकल बस ये गल माया की रह गई है भी मेरे नाल जुड़ जाओ, मैं ही भला कर सकदा, संसार का भला तो गुरु ग्रंथ साहिब जी ने करना है। इस तरह का गुरमुख मिल जिहड़ा कि भाई आपां गुरु ग्रंथ साहिब दे लड़ लगीए ते हर एक सिख जिथे वो तू हो सकदा वो भला करे। मैं ज़्यादा ही नहीं कर सकदा, जिथे तुहानूं मौका मिलदा सेवा अपनी उत्थे करो। तो महाराज कहंदे फिरत फिरत संतन पै आया, दुख भ्रम हमारा सगल गवाया। फिरदियां फिरदियां मैं संतां कोल आ गया, गुरमुखां दे कोल आ गया ते उन्हां ने दुख भ्रम हमारा सगल गवाए मिटाया। दुख अते भरम दो चीज़ां ने, जदों बंदा भरम विच पै जांदा फिर दुखी हुंदा है। भरम विच क्यों पैंदा है? क्योंकि तत्त दी जदों समझ ना होवे ना फिर भरम विच पैंदा है। हुण आपां नूं भी तत्त दी समझ ते आई नहीं है। आपां वेखो बच्चों का विआह कराना होवे ना ते नाले सुखमनी साहिब दा पाठ करा लैंदे आ ते नाले पंडित को चले जांदे आ भी तुसीं मुहूर्त दसो किहड़ा करना है, किहड़े दिन विआह करना। इस तरह के बड़े जिहड़े सिੱਖੀ बण भी सानूं बड़े मिलते हैं। वो कहते नहीं इसे टाइम ही जी करना है, पाठ भी वो कहेंगे इसे टाइम ही करना है, क्योंकि दसिया होंदा है ना भी ये टाइम इन्ने टाइम दे विच आरंभ करना, इन्ने टाइम विच समाप्ति करनी है। ते धागे भी बन्नणगे फिर कहेंगे सानूं सुख नहीं मिलता। खसम छोड़ दूजे लगे, डूबे सेव नजारिया, वो डुबेगा ही, उन्होंने सुख नहीं मिलेगा। तो महाराज सच्चे पातशाह जी कहते भरम क्यों है? तत्त ज्ञान, तत्त दी समझ नहीं, उहदे कारण अविद्या बेसमझी है। बेसमझी करके मनुख नूं समझ नहीं आउंदी। अज आपां वेखो अपने बच्चों नूं वधिया तो वधिया विद्या देण दा यतन कर रहे हैं भी साडे बच्चे बेसमझ ना रहण, पढ़ लिख के समझदार हो जाण। वधिया तो वधिया स्कूल, वधिया तो वधिया टीचर लभदे हाँ। गुरमुखो सानू तां लभण दी लोड़ नहीं, समर्थ गुरु मिलिया होया है। समर्थ गुरु मिलिया होया, समर्थ गुरु दे चरनां नाल जुड़ जाइए, बाणी नूं पढ़ीए, सुणीए, विचारीए बाणी कहंदी की पई है। बस जिवें जिवें बाणी नूं पढ़न लग जांगे साडा भरम मिटेगा, सानू तत्त दी समझ आवेगी। ते फिर महाराज सच्चे पातशाह फरमान करते ने जदों तत्त दी समझ आ गई दुख मिट जाएगा। जदों संतां कोल आ गए ना, महाराज पंचम पातशाह जी का एक शब्द है, संति मंत दियो मोए निरपो, गुर का शब्द कमाया। संतां ने ना एक सलाह दी, रब दे प्यारियां कोल चले गए तो वह कहते बई आ जा, जदों आ गए बई दसो। कहता जी मैं बड़ा दुखी हाँ वकारां तो, भरम करके अपना सारा दाता। कहते कोई नहीं, तेन डरन की लोड़ नहीं, तेन इक्को मंत्र दे देंगे आ, सलाह लै लै साडी, इक्को काम कर, सारा कुछ दुख दलिदर सब कलेश खत्म हो जाएंगे। संति मंत, मंत मैंने सलाह, संति मंत दियो मोहे निरपो। उन्होंने निरभौ होने का मंत्र देता, सलाह देता, उपदेश दे दिता। गुर का शब्द कमाया, कहते गुरु गुरु जपी जा, बस शब्द पढ़ी चल, बाणी पढ़ी चल, बस बाणी तेनों बचावेगी। तो महाराज कहते फिरत फिर संतन पै आया, दुख भ्रम हमारा सगल मिटाया। बस यही वेला सुहावी जिहड़ा उत्ते आया ना सवाल, सुहावी कौन सो वेला जित प्रभ मेला। जदों रब दे प्यारे मिल गए, वो वेला दुनिया का सब नालों सोहना समा, जदों सानू गुरमुख मिलते हैं, नाम की बंदगी वाले मिलते हैं, क्योंकि वो साडा जीवन बदल देंदे ने, गुरबाणी नाल जोड़ देंदे ने। तो महाराज फरमान कर रहे हैं कि जदों रब दे प्यारे मिले, उन्होंने साडा सारा दुख भरम दूर कर दिता। मैल बुलाया प्रभ अमृत पूंचा,
ਉਹਨਾਂ ਗੁਰਮੁਖਾਂ ਦੇ ਦੱਸੇ ਹੋਏ ਮਾਰਗ ਤੇ ਚੱਲੇ ਤਾਂ ਰੱਬ ਨੇ ਆਪਣੇ ਮਹਿਲ ਵਿੱਚ ਬੁਲਾ ਲਿਆ। ਭਰਾਵ ਆਪਣੇ ਸਰੂਪ ਦੀ ਲੀਨਤਾ ਦੇ ਦਿੱਤੀ। ਉੱਥੇ ਵਾਹਿਗੁਰੂ ਦੇ ਨਾਮ ਅੰਮ੍ਰਿਤ ਨੂੰ ਪੂੰਝਣਾ ਕੀਤਾ ਹੈ, ਭੋਗਣਾ ਕੀਤਾ ਹੈ। ਕਹੋ ਨਾਨਕ ਪ੍ਰਭ ਮੇਰਾ ਉੱਚਾ। ਅੱਗੇ ਤੇ ਜ਼ਬਾਨੀ ਕਲਾਮੀ ਕਹਿੰਦੇ ਸੀ ਰੱਬ ਉੱਚਾ ਹੈ, ਪਰ ਹੁਣ ਵੇਖ ਕੇ ਕਿਹਾ ਹੈ ਵੀ ਹਾਂ ਰੱਬ ਉੱਚਾ ਹੈ। ਇੱਕ ਚੀਜ਼ ਆਪਾਂ ਜ਼ਬਾਨੀ ਕਲਾਮੀ ਕਹਿੰਦੇ ਹਾਂ, ਇੱਕ ਕੋਈ ਚੀਜ਼ ਵੇਖ ਕੇ ਉਹਦੀ ਗੱਲ ਕਰੀਏ, ਉਹਦਾ ਰਸ ਵੱਖਰਾ ਹੁੰਦਾ ਹੈ। ਆਪਾਂ ਸ਼ਿਮਲਾ ਵੇਖਿਆ ਨਹੀਂ ਤੇ ਗੱਲ ਕਰਾਂਗੇ, ਪਰ ਉਹ ਗੱਲ ਅੰਦਰ ਅਨੁਭਵ ਨਹੀਂ ਆਵੇਗਾ, ਉਹ ਰਸ ਜਿਹਾ ਨਹੀਂ ਆਵੇਗਾ ਗੱਲ ਕਰਨ ਵਿੱਚ। ਪਰ ਜਿਹਨੇ ਉਹ ਸਾਰਾ ਇਲਾਕਾ ਵੇਖਿਆ ਹੋਇਆ, ਜਦੋਂ ਉਹ ਗੱਲ ਕਰੇਗਾ ਤੇ ਉਹਦੀ ਗੱਲ ਕਰਨ ਵਿੱਚ ਇੱਕ ਰਸ ਹੋਵੇਗਾ। ਇਸੇ ਤਰ੍ਹਾਂ ਰੱਬ ਦੀਆਂ ਗੱਲਾਂ ਤੇ ਸਾਰੇ ਕਰਦੇ ਨੇ, ਪਰ ਜਿਨ੍ਹਾਂ ਨੇ ਜਪਿਆ ਹੈ, ਜਿਨ੍ਹਾਂ ਨੂੰ ਉਹ ਰਸ ਆਇਆ, ਜਦੋਂ ਉਹ ਗੱਲ ਕਰਦਾ ਹੈ ਨਾ ਰੱਬ ਦੀ, ਤੇ ਉਹਦਾ ਇੱਕ ਰਸ ਵੱਖਰਾ ਹੁੰਦਾ ਹੈ। ਉਸ ਤਰ੍ਹਾਂ ਜਦੋਂ ਕਿਸੇ ਨੇ ਰੱਬ ਨੂੰ ਵੇਖਿਆ ਤੇ ਉਹਨੇ ਕਹਿਤਾ ਰੱਬ ਮੇਰਾ ਉੱਚਾ ਹੈ। ਹਾਂ ਮੈਂ ਵੇਖਿਆ ਹੈ ਪਰਮਾਤਮਾ ਉੱਚਾ ਹੈ। ਕਿੰਨਾ ਕੁ ਉੱਚਾ ਹੈ ਦੱਸਿਆ ਨਹੀਂ ਜਾ ਸਕਦਾ। ਇਸ ਤਰ੍ਹਾਂ ਗੁਰੂ ਅਰਜਨ ਦੇਵ ਜੀ ਮਹਾਰਾਜ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਜੀ ਦੇ ਪਾਵਨ ਅੰਮ੍ਰਿਤ ਬਚਨਾਂ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।